ਬਿਨ ਪਰਮੇਸ਼ਰ ਸਗਲੇ ਮੁਠੇ। ਹੇ ਮੇਰੇ ਗੁਰੂ ਨਾਨਕ, ਤੇਰੇ ਚਰਨ ਕਮਲ ਭਗਤਾਂ ਦੇ ਮਨ ਵਿੱਚ ਵਸੇ ਨੇ। ਹੇ ਪਰਮੇਸ਼ਰ, ਤੇਰੇ ਨਾਮ ਤੋਂ ਬਿਨਾਂ ਸੰਪੂਰਨ ਠੱਗੇ ਹੋਏ ਨੇ, ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਸੰਤ ਜਨਾ ਕੀ ਧੂੜ ਨਿਤ ਵਾਂਛੇ, ਨਾਮ ਸੱਚੇ ਕੋ ਗਹਿਣਾ। ਅਸੀਂ ਤਾਂ ਨਿਤਾ ਪ੍ਰਤੀ ਸੰਤ ਜਨਾਂ ਦੀ ਧੂੜੀ ਚਾਹੁੰਦੇ ਹਾਂ ਕਿ ਇਹ ਸੱਚੇ ਮੇਰੇ ਵਾਹਿਗੁਰੂ ਤੇਰੇ ਨਾਮ ਦਾ ਗ੍ਰਹਿਣ ਕਰਨਾ। ਜੋਗ ਇਹੀ ਭੂਖਣ ਹੈ। ਊਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਹਚਲ ਪਾਈਐ। ਇਹ ਮੇਰੇ ਵਾਹਿਗੁਰੂ, ਹਰੇ ਕਰਨ ਵਾਲੇ ਉੱਠਦੇ ਬੈਠਦੇ ਤੇਰੇ ਗੁਣਾਂ ਦਾ ਗਾਇਨ ਕਰੀਏ। ਇਹ ਤੇਰੇ ਸਿਮਰਨ ਕਰਕੇ ਨਿਹਚਲ ਵਧ ਪਾਈਦਾ, ਭਾਵੇਂ ਕਿ ਮੋਖ ਪਦਵੀ ਪ੍ਰਾਪਤ ਹੋ ਜਾਂਦੀ। ਨਾਨਕ ਕੋ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਹੇ ਮੇਰੇ ਪਰਵਰਦਗਾਰ, ਮੇਰੇ ਵਾਹਿਗੁਰੂ, ਮੇਰੇ 'ਤੇ ਕਿਰਪਾ ਕਰਨ ਵਾਲਾ ਤੂੰ ਹੀ ਹੈ। ਤੇਰਾ ਜੋ ਕੀਤਾ ਹੋਇਆ ਸੁੱਖ ਦੁੱਖ ਸੋ ਸਹਾਰਾ, ਇਹ ਕਿਰਪਾ ਕਰ। ਤੇਰਾ ਕੀਤਾ ਸਹਿਣਾ, ਕਿਉਂਕਿ ਦੁੱਖ ਤੇ ਸੁੱਖ ਦੇਵਣ ਵਾਲਾ ਤੂੰ ਹੀ ਹੈ, ਕੋਈ ਦੂਜਾ ਨਹੀਂ। ਤੂੰ ਆਪ ਸਹਿਣਸ਼ੀਲਤਾ ਵੀ ਬਖਸ਼। ਤੇਰੀ ਰਹਿਮਤ ਹੋਵੇ, ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ। ਤੂੰ ਬਖਸ਼ਿਸ਼ ਕਰ ਦੇਵੇਂ। ਨਾਨਕ ਕੋ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਵਾਏ। ਸੱਚੀ ਦਰਗਹ ਮਹਿਲ ਬੁਲਾਏ। ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ। ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗਹ ਮਹਿਲ ਬੁਲਾਏ। ਕਿ ਮੇਰੇ ਵਾਹਿਗੁਰੂ, ਜੋ ਗੁਰੂ ਦੇ ਉਪਦੇਸ਼ ਕਰਤੇ ਆਪ ਨੇ ਹੁਕਮ ਵਿੱਚ ਰੰਗਾ ਲਏ ਔਰ ਬਖਸ਼ਿਸ਼ਾਂ ਕੀਤੀਆਂ, ਸੋ ਸੰਪੂਰਨ ਹੀ ਸਤ ਸੰਗਤ ਦੁਆਰਾ ਹੇ ਮੇਰੇ ਵਾਹਿਗੁਰੂ ਤੈਨੇ ਆਪਣੇ ਸਰੂਪ ਵਿੱਚ ਬੁਲਾ ਲਿਆ। ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ, ਵਿਛੜਿਆ ਹੋਇਆ ਨੂੰ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਾਸੀ, ਵਿਛੜਿਆ ਨੂੰ ਮਿਲਾਉਂਦਾ। ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਹੇ ਮੇਰੇ ਸੱਚੇ ਸਾਹਿਬ, ਮੇਰੇ ਮਾਲਕ, ਦੀਨ ਦਿਆਲ ਦੀਨ ਬੰਧੂ, ਤੂੰ ਸੱਚੇ ਨਾਮ ਦੇ ਜਪਣ ਵਾਲਿਆਂ ਪਰ ਮਨ ਸੇ ਮਨ ਦਾ ਨੇਚਾ ਕਰਨੇ ਵਾਲਾ ਹੈ। ਪਤੀ ਆਵਣਿਆ, ਸੱਚੇ ਮਨ ਪਤੀ ਆਵਣਿਆ, ਕਿਉਂਕਿ ਬਖਸ਼ੀਸ਼ਾਂ ਉਹਨਾਂ ਜਨਾਂ 'ਤੇ ਤੂੰ ਕਰਦਾ ਹੈ ਜੋ ਤੇਰੇ ਨਾਮ ਨੂੰ ਜਪਦੇ ਨੇ, ਤੇਰੀ ਬੰਦਗੀ ਵਿੱਚ ਜੁੜਦੇ ਨੇ। ਹੋ ਵਾਰੀ ਜੀਓ ਵਾਰੀ, ਸ਼ਬਦ ਸੁਹਾਵਣਿਓ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤੀ ਮਨ ਵਸਾਵਣਿਓ। ਹੇ ਮਹਾਰਾਜ, ਮੈਂ ਤਿੰਨਾਂ ਦੇ ਉੱਪਰੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ ਜੋ ਗੁਰੂ ਉਪਦੇਸ਼ ਕਰਕੇ ਸੁਭਾਏਮਾਨ ਹੋ ਰਹੇ।
ਨਾਮ ਰੂਪੀ ਅੰਮ੍ਰਿਤ ਸਦਾ ਸੁੱਖਾਂ ਦੇ ਦੇਣ ਵਾਲਾ, ਤੂੰ ਗੁਰਮਤੀਆਂ ਨੇ ਮਨ ਵਿੱਚ ਵਸਾਇਆ। ਨਾ ਕੋ ਮੇਰਾ ਹੋ ਕਿਸ ਕੇਰਾ, ਸਾਚਾ ਠਾਕੁਰ ਤ੍ਰੈ ਭਵਨ ਮੇਰਾ। ਹੇ ਮੇਰੇ ਪਰਵਰਦਗਾਰ, ਤੂੰ ਦੀਨ ਦੁਨੀਆ ਦਾ ਮਾਲਕ ਹੈ, ਨਾ ਕੋਈ ਮੇਰਾ ਨਾ ਮੈਂ ਕਿਸੀ ਦਾ। ਇਹ ਸੱਚੇ ਤਰਲੋਕੀ ਦੇ ਮਾਲਕ, ਮੇਰਾ ਤਾਂ ਤੂੰ ਹੀ ਤੂੰ ਹੈ, ਕਿਉਂਕਿ ਤੇਰੀ ਟੇਕ ਲਈ ਹੈ, ਤੇਰਾ ਆਸਰਾ ਲਿਆ। ਕਿਸੇ ਦਾ ਕੋਈ ਆਸਰਾ ਕੋਈ ਟੇਕ, ਪਰ ਤੇਰੇ ਜਨ ਦੀ ਇੱਕ ਤੂੰ ਹੀ ਟੇਕ ਹੈ, ਤੂੰ ਹੀ ਮਾਲਕ ਹੈ। ਹੋ ਮੈਂ ਕਰ ਕਰ ਜਾਏ ਕਣੇਰੀ, ਘਰ ਆਵਗਣ ਪਛੋਤਾਵਣਿਓ। ਹੰਕਾਰ ਕਰਕੇ ਘਣੀ ਸੇਟੀ ਚਲੀ ਜਾਂਦੀ ਹੈ, ਜਾ ਰਹੇ ਨੇ ਕਿ ਅੱਜ ਅਮਕਾ ਮਰ ਗਿਆ, ਕਿਉਂਕਿ ਹੰਕਾਰੀ ਪ੍ਰਭੂ ਨੂੰ ਭਾਵਦੇ ਨਹੀਂ। ਹੰਕਾਰ ਤਾਂ ਰੰਚਕ ਮਾਤਰ ਕੀ ਵੀ ਨਹੀਂ ਭਾਵਦਾ, ਹਰ ਜੂ ਹੰਕਾਰ ਨਾ ਭਾਵ। ਕਿਉਂਕਿ ਜਿਨ੍ਹਾਂ ਨੇ ਹੰਕਾਰ ਕੀਤਾ, ਉਹਨਾਂ ਨੇ ਫਿਰ ਘੋਰ ਨਰਕ ਵਿੱਚ ਵਾਸਾ ਹੀ ਪਾਇਆ। ਅਨੇਕਾਂ ਆਏ ਜਗ ਤੋਂ, ਅਨੇਕਾਂ ਚਲੇ ਗਏ, ਵਾਰੀ ਸਭਨਾਂ ਦੀ ਆਉਣੀ ਹੈ, ਜਾਣਾ ਸਭਨਾਂ ਦੀ। ਪਰ ਜਾਣ ਜਾਣ ਵਿੱਚ ਬੜਾ ਅੰਤਰ ਤੇ ਫਰਕ ਹੁੰਦਾ। ਹਉ ਮੈਂ ਕਰ ਕਰ ਜਾਏ ਘਨੇਰੀ, ਕਰ ਅਵਗਣ ਪਛੋਤਾਵਣਿਆ। ਫਿਰ ਹੰਕਾਰੀ ਪਛਤਾਉਂਦੇ ਨੇ, ਔਗਣ ਕਰਕੇ, ਪਾਪ ਕਰਕੇ। ਕਿਉਂਕਿ ਸਵੈ ਮਨੁੱਖ ਨੂੰ ਪਤਾ ਕਿ ਮੈਂ ਪਾਪੀ ਖਾਂ, ਮੈਂ ਔਗਣ ਖਾਦਾ ਖਾਂ। ਉਹ ਫਿਰ ਔਗਣ ਪਾਪ ਛੁਪਾਵਣ ਲਈ ਬੜੀਆਂ ਘਾੜਤਾਂ ਵੀ ਘੜਦਾ, ਝੂਠ ਵੀ ਬੋਲਦਾ। ਬਸ 100 ਵਾਰ ਵੀ ਝੂਠ ਬੋਲ ਲਵੇ ਫਿਰ ਸੱਚ ਨਹੀਂ ਬਣਦਾ। ਇੱਕ ਵਾਰ ਝੂਠ ਬੋਲਿਆ, 100 ਵਾਰ ਸੱਚ ਬੋਲੇ, ਉਹ ਸੱਚ ਨਹੀਂ ਬਣਦਾ, ਕਿਉਂਕਿ ਝੂਠਾ ਹੈ। ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਵੀ ਨੇ, ਕੂੜ ਨਖੁੱਟੈ ਨਾਨਕਾ, ਓੜਕ ਸੱਚ ਨਹੀਂ ਰਹਿਣਾ। ਸੱਚ ਨੇ ਹੈ, ਕੂੜ ਨੇ ਨਖੁੱਟ ਜਾਣਾ। ਝੂਠ ਦੇ ਬੱਦਲ ਕੁਝ ਸਮਾਂ ਆ ਜਾਂਦੇ ਨੇ, ਪਰ ਸਦੀਵੀ ਨਹੀਂ ਰਹਿ ਸਕਦੇ। ਫਿਰ ਸੂਝ ਯਾਦ ਹੁੰਦਾ, ਸੱਚ ਐਸਾ ਹੈ ਉਹ ਜ਼ਾਹਰ ਹੋ ਜਾਂਦਾ। ਜੋ ਪਾਤਸ਼ਾਹ ਫਰਮਾਉਂਦੇ ਨੇ, ਜੋ ਝੂਠੇ ਨੇ, ਔਗਣ ਹਾਰੇ ਪਾਪੀ ਨੇ, ਫਿਰ ਪਛਤਾਪ ਕਰਦੇ ਨੇ, ਰੋਂਦੇ ਨੇ। ਹੁਕਮ ਪਛਾਣੈ ਸੋ ਹਰਿ ਗੁਣ ਵਖਾਣ, ਗੁਰ ਕੈ ਸ਼ਬਦ ਨਾਮ ਨੀਸਾਨ। ਕਿ ਮੇਰੇ ਪਰਵਰਦਗਾਰ, ਜੋ ਤੇਰੇ ਹੁਕਮ ਨੂੰ ਪਹਿਚਾਣ ਲੈਂਦਾ ਕਿ ਮੇਰੇ ਪਰਵਰਦਗਾਰ, ਮੇਰੇ ਵਾਹਿਗੁਰੂ ਦਾ ਕੀ ਹੁਕਮ ਉਪਦੇਸ਼ ਸੰਦੇਸ਼ ਹੈ, ਉਹ ਤੇਰੇ ਗੁਣਾਂ ਨੂੰ ਗਾਉਂਦਾ ਹੈ, ਉਹ ਤੇਰੇ ਨਾਮ ਨੂੰ ਜਪਦਾ ਹੈ, ਤੇਰੇ ਭੈ ਤੇ ਡਰ ਵਿੱਚ ਰਹਿੰਦਾ ਹੈ ਕਿ ਮੇਰਾ ਮੁਰਸ਼ਦ, ਮੇਰਾ ਸਮਰੱਥ ਵਾਹਿਗੁਰੂ ਦੇਖਦਾ ਸੁਣਦਾ ਹੈ। ਉਸ 'ਤੇ ਫਿਰ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਵੀ ਹੁੰਦੀਆਂ ਨੇ। ਸਮਰੱਥ ਮਾਲਕ ਦਾ ਉਸਦੇ ਸਿਰ 'ਤੇ ਹੱਥ ਵੀ ਹੈ, ਜੋ ਭੈ ਦੇ ਵਿੱਚ ਹੈ। ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਵੀ ਨੇ, ਭੈ ਵਿੱਚ ਵੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ। ਜੋ ਕਾਰ ਵੀ ਕਰਦਾ ਉਹ ਵੀ ਭੈ ਤੇ ਡਰ ਵਿੱਚ ਮੇਰਾ ਮਾਲਕ ਦੇਖਦਾ ਹੈ। ਕਿਤੇ ਉਸ ਮਾਲਕ ਤੋਂ ਰਾਜਗੀ ਨਾ ਮਿਲ ਜਾਵੇ। ਉਹ ਦੇਖਦਾ, ਉਹ ਜਾਣਦਾ ਹੈ ਕਿ ਜਗ ਤੋਂ ਛੁਪਾ ਲਵਾਂਗਾ, ਮੇਰੇ ਵਾਹਿਗੁਰੂ ਤੋਂ ਕਿਵੇਂ ਛੁਪਾਵਾਂਗਾ। ਭੈ ਵਿੱਚ ਵੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ। ਇੱਥੇ ਸੁਖ ਵਡਿਆਈਆਂ, ਦਰਗਹਿ ਮੋਖ ਦੁਆਰ। ਇਸ ਲੋਕ ਵਿੱਚ ਵੀ ਉਸਨੂੰ ਸੁਖ ਤੇ ਵਡਿਆਈਆਂ ਮਿਲਣਗੀਆਂ, ਗੁਰੂ ਨਾਨਕ ਦਿੰਦਾ। ਦਰਗਾਹ ਵਿੱਚ ਵੀ ਮੁੱਖ ਉਜਲਾ, ਕਿਉਂਕਿ ਸਮਰੱਥ ਵਾਹਿਗੁਰੂ ਦਾ ਭੈ ਮੰਨਿਆ, ਹੁਕਮ ਨੂੰ ਪਹਿਚਾਣਿਆ, ਔਰ ਗੁਰੂ ਦੇ ਉਪਦੇਸ਼ ਕਰਕੇ
ਨਾਮਾਂ ਵਾਲਾ ਵਾਹਿਗੁਰੂ ਪ੍ਰਗਟ ਹੋਇਆ, ਹੁਕਮ ਪਛਾਣੈ ਸੋ ਹਰ ਗੁਣ ਬਖਾਣੈ, ਗੁਰ ਕੈ ਸ਼ਬਦ ਨਾਮ ਨਿਸ਼ਾਨੈ। ਸਭਨਾ ਕਾ ਦਰ ਲੇਖਾ ਸਚੈ, ਝੂਠ ਸਨਾਮ ਸੁਹਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਜਗਤ ਦੇ ਮਾਲਕ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸਭਨਾ ਕਾ ਦਰ ਲੇਖਾ ਸਚੈ, ਝੂਠ ਸਨਾਮ ਸੁਹਾਵਣ। हे ਸੱਚੇ ਮੇਰੇ ਪਰਵਰਦਗਾਰ, ਸਭਨਾ ਦਾ ਲੇਖਾ ਤੇਰੀ ਦਰਗਾਹ ਦੇ ਵਿੱਚ ਹੈ, ਕਿਉਂਕਿ ਲੇਖਾ ਲਿਖਿਆ ਜਾਂਦਾ ਹੈ। ਜੋ ਆਪਾਂ ਜਗਤ ਵਿੱਚ ਕਰਮ ਦਾ ਬੀਜ ਬੀਜਦੇ ਹਾਂ, ਉਹ ਲਿਖਿਆ ਜਾਂਦਾ। ਚੰਗਾ ਬੀਜਿਆ ਮਾੜਾ ਬੀਜਿਆ, ਉਹ ਵੱਢਣਾ ਸਵੈਮ ਹੀ ਪੈਣਾ ਹੈ, ਕਿਉਂਕਿ ਲਿਖਿਆ ਜਾ ਰਿਹਾ। ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਕਰਮ ਕੀਤੇ ਨੇ ਕਰ ਰਿਹਾ ਹੈ, ਲਿਖੇ ਜਾ ਰੱਖੇ। ਜੇਹਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ। ਜਿਵੇਂ ਜ਼ਿਮੀਂਦਾਰ ਛੋਲੇ ਕਣਕ ਆਦਿਕ ਝੋਨਾ ਜੋ ਬੀਜਦਾ, ਉਹ ਵੱਢਦਾ ਖੱਟਦਾ। ਮਨੁੱਖ ਨੇ ਜੋ ਬੀਜ ਬੀਜਿਆ, ਵੱਢਣਾ ਤੇ ਖੱਟਣਾ ਸਵੈਮ ਪਵੇਗਾ। ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ, ਕਿਉਂਕਿ ਬਹੀ ਤੇ ਲਿਖਿਆ ਜਾਂਦਾ। ਮਤ ਕੋਈ ਕਹੇ ਕੋਈ ਨਰਕ ਨਹੀਂ, ਇੱਥੇ ਹੀ ਨਰਕ, ਇੱਥੇ ਵੀ ਇੱਕ ਨਰਕ ਹੈ। ਇਹ ਵਿਦਾਂਤ ਵੀ ਕਹਿੰਦੇ ਨੇ, ਸ਼ਾਸਤਰ ਕਹਿੰਦੇ ਨੇ। 18 ਪ੍ਰਕਾਰਾਂ ਦੇ ਨਰਕਾਂ ਦਾ ਜ਼ਿਕਰ ਹੈ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਖਸ਼ਿਆਂ ਕਰਨੀਆਂ। ਕੁੰਭੀ ਨਰਕ ਦਾ ਜ਼ਿਕਰ ਕਰਨਾ, 10,000 ਯੋਜਨ ਲੰਮਾ ਤੇ ਚੌੜਾ, ਘੜੇ ਵਰਗਾ ਮੁੱਖ। ਮਨ ਮੁੱਖਾਂ ਨੂੰ ਉਸ ਵਿੱਚ ਸੁੱਟਿਆ ਜਾਂਦਾ ਹੈ। ਹਾਏ ਕਰਲਾਵ ਦੀ ਆਵਾਜ਼ ਆਉਂਦੀ ਹੈ। ਅਸਪੱਤਰ ਬਾਣ ਅਗਨੀ ਦਾ ਕੁੰਡ ਤੱਤੇ ਥੰਮ ਆਦਿਕ, ਭਿੰਨ ਭਿੰਨ ਨਰਕ ਨੇ, ਜੈਸਾ ਕਰੂੰ ਵੈਸੀ ਸਜ਼ਾ ਹੈ। ਇਹ ਨਹੀਂ ਕਿ ਨਰਕ ਨਹੀਂ। ਸਤਿਗੁਰੂ ਦੀ ਬਾਣੀ ਤਿੰਨ ਕਾਲ ਸਤ ਹੈ, ਅਸਤ ਨਹੀਂ। ਭਗਤ ਵਾਲਮੀਕ ਜੀ ਨੇ ਵੀ ਇਹ ਬਚਨ ਕਹੇ ਸੀ। ਵਿਸ਼ਵਾਮਿੱਤਰ ਜੀ ਕਹਿਣ ਲੱਗੇ, ਵਾਲਮੀਕ ਜੀ ਤੁਹਾਨੂੰ ਦਿਖਾ ਦਿੰਦੇ ਹਾਂ ਨਰਕ ਤੇ ਸਵਰਗ, ਫਿਰ ਮੰਨ ਲਵੋਗੇ? ਲੱਗੇ ਮੰਨਾਂਗਾ। ਮੇਰੇ ਸਾਗ ਸੰਬੰਧੀ ਬੜੇ ਨੇ, ਜੋ ਸੀਰ ਤੇ ਹੱਥ ਰੱਖਿਆ, ਨੇਤਰ ਬੀਜ ਦਿਖਾ ਦਿੱਤੇ ਨਰਕ ਤੇ ਸਵਰਗ। ਸੰਬੰਧੀਆਂ ਦਾ ਬੜਾ ਮਾਣ ਸੀ। ਫਿਰ ਘਰ ਗਿਆ, ਪੁੱਛਿਆ, ਸਭਨਾਂ ਨੇ ਜਵਾਬ ਦੇ ਦਿੱਤਾ ਕਿ ਉੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ। ਫਿਰ ਚਰਨਾਂ ਦਾ ਭੌਰਾ ਬਣਿਆ। ਫਿਰ ਬਖਸ਼ੀਸ਼ਾਂ ਲਈਆਂ ਰੱਬ ਦੇ ਜਨਾਂ ਸੰਤਾਂ ਤੋਂ। ਰਾਮ ਨੂੰ ਜਪਿਆ, ਫਿਰ ਬਖਸ਼ੀਸ਼ਾਂ ਕੈਸੀਆਂ ਹੋਈਆਂ, ਬ੍ਰਹਮ ਗਿਆਨੀ ਬਣ ਗਏ। ਮਰਾ ਨਾਮ ਬਖਸ਼ਿਆ। ਫਿਰ 12 ਸਾਲ ਬਾਅਦ ਆਰੀਆ ਕੌਮ ਦੇ ਰਿਖੀ, ਗੌਤਮ ਰਿਖੀ, ਵਿਸ਼ਵਾਮਿੱਤਰ ਆਦਿਕ ਸੱਤ ਰਿਖੀ ਸਨ। ਇਹ ਬਖਸ਼ੀਸ਼ਾਂ ਕੀਤੀਆਂ। ਵਿਦਿਆ ਦੇ ਭੰਡਾਰੇ, ਸ਼ਸਤਰ ਵਿਦਿਆ ਆਦਿਕ ਬਖਸ਼ਿਸ਼ ਕਰ ਦਿੱਤੀ। ਮਾਤਾ ਸੀਤਾ ਜੀ ਲਵ ਤੇ ਖੁਸ਼ ਵੀ ਉਹਨਾਂ ਪਾਸ ਰਹੇ, ਵਿਦਿਆ ਹਾਸਲ ਕੀਤੀ। ਕੈਸੀ ਬਖਸ਼ਿਸ਼ ਰੱਬ ਦੇ ਜਨਾਂ ਦੀ ਸੰਗਤ ਵਿੱਚੋਂ ਮਿਲੀ। ਕਿਉਂਕਿ ਜੋ ਉਸ ਵਿਧਾਤਾ ਨੇ ਰਚਿਆ ਹੈ, ਇਸ ਸੁੰਦਰ ਤਨ ਦੀ ਰਚਨਾ ਕੀਤੀ ਹੈ। 5 ਤੱਤਾਂ ਦੇ ਜ਼ਰੀਏ ਪੌਣ, ਪਾਣੀ, ਅਗਨੀ, ਆਕਾਸ਼, ਧਰਤੀ, ਇਹ 5 ਤੱਤ ਨੇ। ਭੇਜਿਆ ਹੈ ਅਮੋਲਕ ਸਵਾਸ ਦੇ ਕੇ, ਇੱਕ ਵਾਰੀ ਦਿੱਤੀ ਹੈ ਕਿ ਹੇ ਮਨੁੱਖ ਤੂੰ ਜਨਮ ਦਾ ਲਾਹਾ ਲੈ ਲੈ। ਬੜੇ ਜਨਮ ਨੇ, ਬੜੀਆਂ ਜੂਨੀਆਂ ਨੇ। 42 ਧਰਤੀ ਵਿੱਚ, 42 ਲੱਖ ਪਾਣੀ ਵਿੱਚ। ਮਨੁੱਖ ਨੂੰ ਬਾਦਸ਼ਾਹ ਬਣਾਇਆ। ਪਰ ਜੇ ਮਨੁੱਖ ਫਿਰ ਵੀ ਨਾ ਉਸ ਸੱਚੇ ਦੀ ਯਾਦ ਚਿੰਤਨ ਵਿੱਚ ਜੁੜਿਆ, ਨਾ ਜਪਿਆ, ਨਾ ਇਸ ਜਨਮ ਦਾ ਲਾਹਾ ਲਿਆ, ਫਿਰ ਦੁਨੀਆ ਵਿੱਚ ਪਵੇਗਾ, ਦੁੱਖ ਪਾਵੇਗਾ। ਕਿਉਂਕਿ ਸਵੈਂ ਉਸ ਦਾਤੇ ਨੇ ਫਿਰ ਹਿਸਾਬ ਕਿਤਾਬ ਪੁੱਛਣਾ ਹੈ, ਜਿਸ ਨੇ ਭੇਜਿਆ ਹੈ ਆਪਾਂ।
ਉਹ ਪੁੱਛੇਗਾ ਵੀ ਕੀ ਖਟਿਆ ਹੈ ਤੂੰ, ਤੈਨੂੰ ਅਮੋਲਕ ਜਨਮ ਦਿੱਤਾ ਉਸ। ਪਾਤਸ਼ਾਹ ਫਰਮਾ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਸਭਨਾ ਕਾ ਦਰ ਲੇਖਾ ਸੱਚੈ, ਛੋਟਸ ਨਾਮ ਸੁਹਾਵਣੇ। ਇੱਕ ਦੋ ਦਾ ਲੇਖਾ ਨਹੀਂ ਹੋਣਾ, ਸਭਨਾ ਦਾ ਹੋਣਾ। ਸਭਨਾਂ ਨੂੰ ਪੁੱਛਿਆ ਜਾਵੇਗਾ। ਉੱਥੇ ਕੋਈ ਵੱਡੀ ਝੂਠੀ ਗਵਾਹੀ ਨਹੀਂ ਚੱਲਣੀ, ਧਨ ਮਾਇਆ ਕੁਝ ਵੀ ਨਹੀਂ, ਕੋਈ ਸੰਗੀ ਸਾਥੀ ਸਹਾਈ ਨਹੀਂ। ਦਰਗਾਹ ਵਿੱਚ ਲੇਖਾ ਪੁੱਛਿਆ ਜਾਵੇਗਾ। ਜੋ ਨਾਮ ਜਪ ਕੇ ਸੋਭਦੇ ਨੇ ਸੋ ਜਮਾਂ ਦੇ ਲੇਖੇ ਤੋਂ ਭਾਈ ਛੁੱਟ ਜਾਂਦੇ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਜਮਾਂ ਦੀ ਵਸ ਪੈਂਦੇ ਨੇ, ਸਜ਼ਾਵਾਂ ਪਾਉਂਦੇ ਨੇ। ਫਿਰ ਉੱਥੇ ਪਛਤਾਇਆ ਰੋਇਆ ਉਹ ਵੇਲਾ ਖਤ ਨਹੀਂ ਹੁੰਦਾ। ਫਿਰ ਕੂਕ ਪੁਕਾਰ ਵੀ ਕੋਈ ਸੁਣਦਾ ਨਹੀਂ, ਕੋਈ ਨਹੀਂ ਸੁਣਦਾ ਕੂਕ ਪੁਕਾਰ ਦਰਗਾਹ ਦੇ। ਪਾਤਸ਼ਾਹ ਫਰਮਾਉਂਦੇ ਨੇ, ਮਨ ਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਝੋਟਾਂ ਖਾਏ। ਮਨਮੁਖ ਰੂਪ ਤੋਂ ਭੁੱਲਿਆ ਹੋਇਆ ਸਥਿਤੀ ਨਹੀਂ ਪਾਉਂਦਾ, ਮਨਮੁਖਤਾ ਵਿੱਚ ਵਿਚਰਦਾ। ਮਨ ਦੀ ਮਤ ਤੇ ਸਿਆਣਪ ਵਰਤਦਾ, ਗੁਰਮਤੀਆ ਨਹੀਂ ਹੋਇਆ, ਗੁਰ ਸ਼ਬਦੀ ਨਹੀਂ ਬਣਿਆ। ਪਾਤਸ਼ਾਹ ਫਰਮਾਉਂਦੇ ਨੇ ਵੀ ਜਮਾਂ ਦੇ ਦਰ ਸੰਗਲਾਂ ਨਾਲ ਬੰਨਿਆ ਹੋਇਆ, ਝੋਟਾਂ ਖਾਂਦਾ। ਭਗਤ ਕਬੀਰ ਜੀ ਦੇ ਬੜੇ ਸੁੰਦਰ ਬਚਨ ਨੇ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇਹ ਭਾਈ ਜਮਾਂ ਦੀ ਮਾਰ ਬੜੀ ਬੁਰੀ ਹੈ, ਤੋ ਸਹਾਰੀ ਨਹੀਂ ਜਾਣੀ। ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ। ਮੈਨੂੰ ਵੀ ਰੱਬ ਦਾ ਪਿਆਰਾ ਮਿਲਿਆ, ਮੈਂ ਪੱਲੇ ਨਾਲ ਚਰਨਾਂ ਨਾਲ ਲੱਗ ਕੇ ਤਰ ਗਿਆ, ਤੂੰ ਵੀ ਲੱਗ ਜਾ। ਕਿਉਂਕਿ ਜਮਾਂ ਦੀ ਮਾਰ ਬੜੀ ਬੁਰੀ ਹੈ, ਉਹ ਤੇਤੋਂ ਝੱਲੀ ਨਹੀਂ ਜਾਣੀ। ਇਹ ਨਾ ਜਾਣੀ ਆ ਜਗ ਮਿੱਠਾ, ਅਗਲਾ ਕਿਨ ਡਿੱਠਾ, ਇਸਨੇ ਦੱਸਿਆ ਕਿਸਨੇ ਦੇਖਿਆ। ਪਰ ਜੋ ਗੁਰੂ ਦੀ ਬਾਣੀ, ਇਹ ਬਾਣੀ ਤਿੰਨ ਕਾਲ ਸਤ ਹੈ, ਅਸਤ ਨਹੀਂ। ਧੁਰੋਂ ਸੱਚਖੰਡ ਵਿੱਚੋਂ ਆਈ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਬਾਣੀ ਨੂੰ ਗਾਇਆ, ਉਹ ਤਰਿਆ। ਬਿਨ ਨਾਵੈ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣਿਓ। ਬਿਨਾਂ ਪਰਮੇਸ਼ਰ ਦੇ ਨਾਮ ਤੋਂ ਭਾਈ ਇਸ ਲੋਕ ਵਿੱਚ ਸੰਗੀ, ਪਰਲੋਕ ਵਿੱਚ ਕੋਈ ਸਾਥੀ ਨਹੀਂ। ਇਹ ਸੱਚ ਹੈ ਸਤਿਗੁਰੂ ਦਾ ਬਚਨ। ਜੇ ਕੋਈ ਮੁਸ਼ਕਲ ਬਣ ਜਾਵੇ, ਸੰਗ ਸਭ ਸੰਗੀ ਸਾਥੀ ਸੰਬੰਧੀ ਸਾਥ ਛੱਡ ਜਾਂਦੇ। ਕੋਈ ਬਾਂਹ ਨਹੀਂ ਫੜਦਾ, ਕੋਈ ਢੋਈ ਨਹੀਂ ਦਿੰਦਾ। ਬਿਨ ਨਾਵੈ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣੇ। ਨਾਮ ਤੋਂ ਬਿਨਾ ਇਸ ਲੋਕ ਵਿੱਚ ਸੰਗੀ, ਪਰਲੋਕ ਵਿੱਚ ਕੋਈ ਸਾਥੀ ਨਹੀਂ ਹੋਵੇਗਾ ਤੇਰਾ। ਇਹ ਯਾਦ ਰੱਖ। ਜੋ ਨਾਮ ਨੂੰ ਧਿਆਵਣ ਵਾਲੇ ਸੋ ਮੁਕਤ ਰੂਪ ਹੋ ਗਏ। ਸਾਕਤ ਕੂੜੇ ਸੱਚ ਨਾ ਪਾਵੈ, ਦੁਬਦਾ ਬਾਦਾ ਆਵੈ ਜਾਵੈ। ਸਾਕਤ ਝੂਠੇ ਨੂੰ ਸੱਚ ਨਾਮ ਨਹੀਂ ਭਾਵਦਾ, ਤੇ ਦੁਵੈਤ ਵਿੱਚ ਬੱਧਿਆ ਹੋਇਆ ਜਨਮ ਦਾ ਮਰਦਾ। ਲਿਖਿਆ ਲੇਖ ਨਾ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਓ। ਲੇਖ ਲਿਖੇ ਨੂੰ ਕੋਈ ਮੇਟ ਨਹੀਂ ਸਕਦਾ ਭਾਈ। ਲੇਖ ਨਾ ਮਿਟੀਏ ਸਖੀ, ਜੋ ਲਿਖਿਆ ਕਰਤਾਰ। ਕਿਉਂਕਿ ਲਿਖੇ ਨੇ ਲੇਖ ਆਪਣੇ ਮਸਤਕ ਤੇ, ਅਮੇਟ ਨੇ ਮਿਟਦੇ ਨਹੀਂ। ਪਰ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰੋਂ ਮਿਲ ਜਾਂਦੀਆਂ। ਲੇਖ ਲੇਖੇ ਨੂੰ ਕੋਈ ਨਹੀਂ ਮਿਟਾ ਸਕਦਾ। ਕਿ ਮਨ ਮੁੱਖਾਂ ਦੇ ਖੋਟੇ ਭਾਗ ਕੌਣ ਮਿਟੇ? ਜੋ ਗੁਰਮੁਖ ਨੇ ਇਹਨਾਂ ਦੀ ਤੋਂ ਗੁਰੂ ਤੋਂ ਮੁਕਤੀ ਕਰਾ ਦਿੰਦਾ ਹੈ। ਜੋ ਗੁਰਮੁਖ ਨੇ
ਪਈੜੈ ਫਿਰ ਜਾਤੋ ਨਾਹੀ, ਝੂਠ ਬਿਸੁਨੀ ਰੋਵੈ ਤਾਹੀ। ਜਿਸ ਜੀਵ ਰੂਪ ਇਸਤਰੀ ਨੇ ਹੇ ਪਤੀ ਪਰਮੇਸ਼ਰ ਤੈਨੂੰ ਇਸ ਲੋਕ ਵਿੱਚ ਜਾਣਿਆ ਹੀ ਨਹੀਂ, ਤੇਰੇ ਨਾਮ ਨੂੰ ਨਹੀਂ ਜਪਿਆ, ਸੋ ਝੂਠ ਰੂਪ ਸੰਸਾਰ ਵਿੱਚ ਲੱਗ ਕੇ ਤੇਰੇ ਤੋਂ ਵਿਛੜੀ ਹੋਈ ਧਾਹਾਂ ਮਾਰ ਕੇ ਰੋਂਦੀ ਹੈ। ਅਵਗਣ ਮੁੱਠੀ ਮਹਿਲ ਨਾ ਪਾਏ, ਅਵਗਣ ਗੁਣ ਬਖਸਾਵਣਿਆ। ਪਾਤਸ਼ਾਹ ਫਰਮਾਉਂਦੇ ਨੇ ਔਗਣਾ ਕਰਕੇ ਠੱਗੀ ਹੋਈ ਸਰੂਪ ਨੂੰ ਨਹੀਂ ਪਾਉਂਦੀ। ਆਪ ਕੈਸੇ ਕਿ ਗੁਰੂ ਦੁਆਰੇ ਸ਼ੁਭ ਗੁਣ ਦੇ ਕੇ ਔਗਣਾ ਨੂੰ ਬਖਸ਼ਾ ਦਿੰਦੇ, ਕਿਉਂਕਿ ਗੁਰੂ ਸਮਰੱਥ ਬਖਸ਼ਿਸ਼ਾਂ ਕਰਦਾ। ਪਈੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ। ਜਿਸਨੇ ਇਸ ਲੋਕ ਵਿੱਚ ਇਹ ਪਿਆਰੇ ਮੇਰੇ ਵਾਹਿਗੁਰੂ ਤੈਨੂੰ ਜਾਣਿਆ, ਉਹ ਪੁਰਸ਼ ਗੁਰੂ ਦੁਆਰੇ ਤਤ ਮਿਥਿਆ ਦਾ ਵਿਚਾਰ ਕਰਕੇ ਤੈਨੂੰ ਸਮਝਦਾ ਹੈ। ਆਵਣ ਜਾਣਾ ਠਾਕਰਾ, ਸੱਚੈ ਨਾਮ ਸਮਾਵਣਿਆ। ਉਹ ਤੈਨੇ ਜਨਮ ਮਰਨ ਉਸੇ ਰੋਕ ਰੱਖੇ, ਇਹ ਸੱਚੇ ਨਾਮੀ ਵਾਹਿਗੁਰੂ ਸੋ ਤੇਰੇ ਵਿੱਚ ਸਮਾ ਗਏ। ਗੁਰਮੁਖ ਬੂਝੈ ਅਕਾਤ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਆਪ ਗੁਰਮੁਖਾਂ ਨੇ ਜਾਣਿਆ ਇਹ ਵਾਹਿਗੁਰੂ ਅਕਥ ਬਾਣੀ ਦਾ ਪਰਾ ਰੂ ਵਾਹਿਗੁਰੂ ਔਰਾਂ ਸੇ ਤੇਰਾ ਨਾਮ ਉਚਾਰਨ ਕਰਾਉਂਦਾ, ਭਾਵ ਆਪ ਜਪਦਾ ਤੇ ਜਪਾਉਂਦਾ। ਇਹ ਸੱਚੇ ਠਾਕੁਰ ਤੈਨੂੰ ਸੱਚ ਨਾਮ ਲੈਣੇ ਵਾਲਾ ਭਾਵਦਾ, ਕਿਉਂਕਿ ਭਾਈ ਜੋ ਨਾਮ ਜਪਦਾ ਪ੍ਰਭੂ ਨੂੰ ਬੜਾ ਪਿਆਰਾ ਲੱਗਦਾ। ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ। ਗੁਰਮੁਖ ਬੂਝੈ ਅਕਾਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਨਾਨਕ ਸੱਚ ਕਹਿ ਬੇਨੰਤੀ, ਸੱਚ ਮਿਲੈ ਗੁਣ ਗਾਵਣਿਓ। ਇਹ ਸੱਚੇ ਮੇਰੇ ਵਾਹਿਗੁਰੂ, ਮੈਂ ਆਪ ਦੇ ਪਾਸ ਬੇਨਤੀ ਜੋਦੜੀ ਕਰਦਾ, ਤੇਰੇ ਸੱਚੇ ਜੋ ਗੁਣ ਨੇ ਤਿਨਾਂ ਦਾ ਗਾਵਣਾ ਮੈਨੂੰ ਪ੍ਰਾਪਤ ਹੋ। ਤੇਰੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਵੇਖੋ। ਇਹ ਚਾਹ ਹੈ ਮੇਰੇ ਪਾਤਸ਼ਾਹ, ਦਿਨ ਰਾਤ ਤੇਰੇ ਗੁਣ ਗਾਵਾਂ, ਤੇਰੀ ਯਾਦ ਵਿੱਚ ਜੁੜਿਆ। ਇਹ ਬੇਨਤੀ ਅਰਦਾਸ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਕਰਨੀ ਹੈ। ਵਾਜ ਮਹੱਲਾ ਤੀਜਾ, ਘਰ ਪਹਿਲਾ। ਕਰਮ ਹੋਵੈ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਸਤਿਗੁਰੂ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਦੀ ਮਹਿਮਾ ਫਰਮਾਉਂਦੇ, ਕਿਉਂਕਿ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਆਪ ਗੁਰੂ ਧਾਰਨ ਕੀਤਾ, ਗੁਰੂ ਵਾਲੇ ਬਣੇ ਬਿਰਧ ਅਵਸਥਾ ਵਿੱਚ। ਸੇਵਾ ਟਹਿਲ ਸਮਰੱਥ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕੀਤੀ, ਔਰ ਬਖਸ਼ੀਸ਼ਾਂ ਪਾਈਆਂ ਤੀਜੇ ਗੁਰੂ ਨਾਨਕ ਬਣੇ। ਸਤਿਗੁਰੂ ਪਾਤਸ਼ਾਹ ਆਪਣੀ ਬਾਣੀ ਵਿੱਚ ਗੁਰੂ ਦੀ ਮਹਿਮਾ ਫਰਮਾਉਂਦੇ ਨੇ। ਭਾਈ ਗੁਰੂ ਇੰਝ ਨਹੀਂ ਮਿਲ ਜਾਂਦੇ। ਕਰਮ ਹੋਵੈ ਸਤਿਗੁਰੂ ਮਿਲਾਏ। ਜੇਕਰ ਉੱਤਮ ਕਰਮ ਹੋਵਣਗੇ, ਆਪਣੇ ਵੱਡੇ ਭਾਗ ਪਰਬਲ ਪੁੰਨ, ਫਿਰ ਪਰਿਪੂਰਨ ਪਰਮਾਤਮਾ ਬਖਸ਼ਿਸ਼ ਕਰਦਾ, ਮਿਹਰ ਦੀ ਨਜ਼ਰ ਕਰਕੇ ਗੁਰੂ ਦੇ ਨਾਲ ਮਿਲਾ ਦਿੰਦਾ। ਪਰਮਾਤਮਾ ਨਜ਼ਰ ਕਰਦਾ, ਮਿਲ ਕੇ ਸੋ ਸੇਵਾ ਵਿੱਚ ਸਿੱਟ ਪ੍ਰੀਤੀ ਕਰਕੇ ਸ਼ਬਦ ਵਿੱਚ ਚਿੱਤ ਲਾਉਂਦਾ, ਕਿਉਂਕਿ ਬਖਸ਼ਿਸ਼ ਪਰਿਪੂਰਨ ਵਾਹਿਗੁਰੂ ਦੀ ਹੁੰਦੀ ਹੈ।
ਤੇ ਗੁਰੂ ਦੇ ਚਰਨਾਂ ਵਿੱਚ ਭੇਜਦਾ। ਇਹ ਭਗਤ ਫਰੀਦ ਜੀ ਨੂੰ ਆਕਾਸ਼ਬਾਣੀ ਹੋਈ ਸੀ ਕਿ ਗੁਰੂ ਧਾਰਨ ਕਰ ਫਿਰ ਮਿਲਾਂਗਾ। ਤੇ ਪੀਰ ਚਿਸ਼ਤੀ ਨੂੰ ਗੁਰੂ ਧਾਰਨ ਕੀਤਾ, ਚਾਕਰੀ ਟਹਿਲ ਕੀਤੀ ਤੇ ਬਖਸ਼ੀਸ਼ਾਂ ਮਿਲੀਆਂ, ਖੁਦਾ ਪ੍ਰਭੂ ਨਾਲ ਇੱਕ ਹੋ ਗਏ। ਖੋ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਜਿਨ੍ਹਾਂ ਨੇ ਹੰਕਾਰ ਨੂੰ ਭਾਈ ਮਾਰ ਦਿੱਤਾ, ਤਿਨਾਂ ਨੇ ਸਦੀਵੀ ਸੁਖ ਪਾਇਆ। ਮਾਇਆ ਦਾ ਮੋਹ ਵੀ ਦੂਰ ਕਰਨ ਵਾਲੇ। ਹੋ ਵਾਰੀ ਜੀਓ ਵਾਰੀ, ਸਤਿਗੁਰ ਕੈ ਬਲਿਹਾਰਣਿਓ। ਗੁਰਮਤੀ ਪਰਗਾਸੋ ਆਜੀ ਆਨੰਦ, ਖਦ ਗੁਣ ਗਾਵਣਿਓ। ਸਤਿਗੁਰੂ ਦੇ ਉੱਪਰੋਂ ਮੈਂ ਮਨ ਤਨ ਬਾਣੀ ਕਰਕੇ ਬਲਿਹਾਰ ਜਾਂਦਾ। ਗੁਰੂ ਦੀ ਸਿੱਖਿਆ ਕਰਕੇ ਜੀਵ ਦੇ ਹਿਰਦੇ ਵਿੱਚ ਪ੍ਰਕਾਸ਼ ਹੋਇਆ। ਰਾਤ ਦਿਨ ਹਰੀ ਦੇ ਗੁਣਾਂ ਨੂੰ ਗਾਉਂਦੇ। ਤਨ ਮਨ ਖੋਜੇ ਤਾਂ ਨਾਉ ਪਾਏ, ਤਾਬਤ ਰਾਖੈ ਠਾਕਰਾਏ। ਜੋ ਸੂਖਮ ਮਨ ਨੂੰ ਵਿਚਾਰੇ ਕੇ ਮਨ ਇਸਦੀ ਸਤਾ ਕਰਕੇ ਸਫਲ ਹੁੰਦਾ, ਤੋ ਨਾਮ ਜਪਣੇ ਦਾ ਫਲ ਜੋ ਹੈ ਆਤਮਾ ਆਨੰਦ ਪਾ ਲੈਂਦਾ। ਕਿਵੇਂ ਪਾਉਂਦਾ? ਪਾਤਸ਼ਾਹ ਫਰਮਾਉਂਦੇ ਨੇ, ਵਿਸ਼ਿਆਂ ਵਿੱਚ ਜੋ ਇੰਦਰੇ ਆਪਣੇ ਦੌੜਦੇ ਨੇ ਵਿਸ਼ਿਆ ਵਿਕਾਰਾਂ, ਇੰਦਰੇ ਦੌੜਦੇ ਫਿਰਦੇ ਨੇ ਵਿਸ਼ਿਆ ਵਿਕਾਰਾਂ ਦੀ ਆਉ, ਤੇ ਇਹਨਾਂ ਨੂੰ ਰੋਕੇ ਕਿ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਨਹੀਂ ਮਨ ਨੂੰ ਲੈ ਕੇ ਜਾਣਾ। ਸੰਕਲਪਾਂ ਵਿਕਲਪਾਂ ਤੋਂ ਰੋਕਣਾ, ਨਿਰਵਿਕਲਪ ਸਮਾਧੀ। ਜਿਵੇਂ ਪਾਤਸ਼ਾਹ ਗੁਰਦੇਵ ਦੇ ਬਚਨ ਨੇ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦਾ ਹੋੜਾ ਦੇਣਾ, ਮਨ ਬੁਰਿਆਈਆਂ ਲੋਚੇ। ਗੁਰੂ ਦੇ ਚਰਨਾਂ ਦੀ ਪ੍ਰੀਤੀ, ਗੁਰੂ ਦਾ ਉਪਦੇਸ਼ ਸੰਦੇਸ਼। ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦੇ ਘਰ ਜਾਂਦੇ। ਜਿਸ ਗੁਰੂ ਦੇ ਘਰ ਜਾਂਦੇ ਹਾਂ, ਉਸ ਗੁਰੂ ਦੇ ਹੁਕਮ ਉਪਦੇਸ਼ ਨੂੰ ਵੀ ਮੰਨਣਾ। ਕੇਵਲ ਮੱਥਾ ਟੇਕਣ ਤੱਕ ਸੀਮਿਤ ਨਹੀਂ ਰਹਿ ਜਾਣਾ। ਜਿਸ ਮਾਲਕ ਦੇ ਚਰਨਾਂ ਵਿੱਚ ਆਏ, ਉਸ ਗੁਰੂ ਦਾ ਕੀ ਸਿਧਾਂਤ, ਕੀ ਉਪਦੇਸ਼ ਸੰਦੇਸ਼, ਉਹ ਮੰਨਣਾ। ਜੋ ਪਾਤਸ਼ਾਹ ਫਰਮਾਉਂਦੇ ਨੇ, ਮਨ ਨੂੰ ਸੰਕਲਪਾਂ ਤੋਂ ਰੋਕ ਰੱਖੇ, ਤਨ ਮਨ ਖੋਜੇ ਤਾਂ ਨਾਉ ਪਾਏ, ਫਿਰ ਨਾਮ ਦੀ ਦਾਤ ਮਿਲਦੀ। ਗੁਰ ਕੀ ਬਾਣੀ ਅਨ ਦਿਨ ਗਾਵੈ, ਸਹਿਜੇ ਭਗਤ ਕਰਾਵਣਿਆ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਬਾਣੀ ਸੋਤੇ ਹੀ ਦਿਨ ਰਾਤ ਗਾਉਂਦੇ, ਉਹਨਾਂ ਨੂੰ ਵੀ ਭਗਤੀ ਵਿੱਚ ਲਾ ਦਿੰਦੇ ਨੇ, ਆਪ ਜਪਦੇ ਤੇ ਜਪਾਉਂਦੇ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ ਕਿ ਜਿਸ ਦੀ ਭਗਤੀ ਕਰਦੇ ਨੇ ਰਾਮਦੇਵ, ਉਹ ਪਰਮੇਸ਼ਰ ਕੈਸਾ ਹੈ, ਉਹ ਦਾਤਾ ਪਰਵਤਗਾਰ ਕੈਸਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾਂ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਇਹ ਸਰੀਰ ਕਾਇਆ ਦੇ ਅੰਦਰ ਵਸਤੂ ਰੂਪ ਗਿਣਤੀ ਤੋਂ ਰਹਿਤ ਵਾਹਿਗੁਰੂ ਵਸਦਾ, ਗਿਣਤੀ ਤੋਂ ਰਹਿਤ। ਤਰਲੋਕੀ ਦਾ ਮਾਲਕ ਬੈਠਾ ਹੈ, ਜਿਸ ਦੇ ਇੱਕ ਰੋਮ ਵਿੱਚ ਕੋਟਾਨ ਕੋਟ ਬ੍ਰਹਿਮੰਡ ਨੇ। ਉਹ ਮਾਲਕ ਸਿਰਜਣਹਾਰ ਮੇਰਾ ਵਾਹਿਗੁਰੂ ਇਸ ਸੁੰਦਰ ਤਨ ਵਿੱਚ ਬੈਠਾ ਹੈ। ਗੁਰੂ ਦੁਆਰਾ ਸੱਚਾ ਨਾਮ ਮਿਲੇ ਤਾਂ ਦੇਖਿਆ ਵੀ ਜਾਂਦਾ, ਦਰਸ਼ਨ ਵੀ ਹੁੰਦੇ ਨੇ ਉਸਦੇ। ਬੇਨਤੀ ਕੀਤੀ, ਪਾਤਸ਼ਾਹ ਜੇ ਸਰੀਰ ਦੇ ਵਿੱਚ ਹੀ ਹੈ ਤਾਂ ਸਭ ਕਿਉਂ ਨਹੀਂ ਦੇਖ ਲੈਂਦੇ? ਕਿਉਂਕਿ ਸਭਨਾਂ ਦੇ ਸਰੀਰ ਵਿੱਚ ਵਸਦਾ ਹੈ ਪਰਮਾਤਮਾ ਵਾਹਿਗੁਰੂ, ਫਿਰ ਸਾਰੇ ਦੇਖ ਕਿਉਂ ਨਹੀਂ ਲੈਂਦੇ? ਪਾਤਸ਼ਾਹ ਫਰਮਾਉਂਦੇ ਨੇ, 9 ਦਰਵਾਜ਼ੇ 10 ਮੈਂ ਮੁਕਤਾ,
ਅਨਹਦ ਸ਼ਬਦ ਵਜਾਵਣਿਆ। ਜੋ ਨਿਰੰਤਰ ਗੁਰੂ ਦੇ ਉਪਦੇਸ਼ ਦਾ ਵਜਾਵਣੇ ਵਾਲਾ, ਉਚਾਰਨੇ ਵਾਲਾ ਹੋਵੇ, ਭਾਵ ਨਿਤ ਦਾ ਨੇਮੀ ਨਾਮ ਜਪਦਾ, ਗੁਰੂ ਦੇ ਭੈ ਡਰ ਵਿੱਚ ਵਿਚਰਦਾ, ਸੋ 9 ਗੋਲਕ ਉਪਲਖਤ ਦਸੇ ਇੰਦਰੇ ਰੋਕ ਕੇ 10ਵੇਂ ਦਵਾਰ ਨੂੰ ਪਾ ਕੇ ਮੁਕਤ ਹੋ ਜਾਂਦਾ। 10ਵੇਂ ਪਰਮੇਸ਼ਰ ਨੂੰ ਪਾ ਕੇ, ਵਾਹਿਗੁਰੂ ਨੂੰ ਮਿਲ ਕੇ ਉਹ ਮੁਕਤ ਹੋ ਗਿਆ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਜੋ ਵਾਹਿਗੁਰੂ ਸੱਚਾ ਸਾਹਿਬ ਹੈ, ਤੇ ਇਹਦੀ ਵਡਿਆਈ ਵੀ ਸੱਚੀ ਹੈ, ਸੋਭਾ ਵੀ ਸੱਚੀ, ਜਿਸਨੇ ਗੁਰੂ ਦੀ ਕਿਰਪਾ ਤੇ ਵਡਿਆਈ ਮਨ ਵਿੱਚ ਵਸਾਈ ਹੈ। ਆਨੰਦ ਨ ਸਦਾ ਰਹਿ ਰੰਗ ਰਾਤਾ, ਦਰ ਸਚੈ ਸੋਝੀ ਪਾਵਣਿਆ। ਸੋ ਪੁਰਸ਼ ਰਾਤ ਦਿਨ ਸਦੀਵ ਕਾਲ ਆਨੰਦ ਵਿੱਚ ਮਸਤ ਰਹਿੰਦਾ, ਸਰੀਰ ਦੇ ਵਿੱਚ ਹੀ ਸੱਚੇ ਪ੍ਰਮਾਤਮਾ ਦੀ ਸੋਝੀ ਪਾਈ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੈ ਲਾਗੀ ਭਰਮ ਭੁਲਾਣੀ। ਸਤਿਗੁਰੂ ਪਾਤਸ਼ਾਹ ਪਹਿਲਾਂ ਗੁਰਦੇਵ ਸਤਿਗੁਰਾਂ ਨੇ 4 ਪੌੜੀਆਂ ਗੁਰਮੁਖਾਂ ਦੀ ਦਸ਼ਾ ਵਰਣਨ ਕੀਤੀ। ਹੁਣ ਸਤਿਗੁਰੂ ਪਾਤਸ਼ਾਹ ਮਨਮੁਖਾਂ ਦੀ ਦਸ਼ਾ ਫਰਮਾਉਂਦੇ ਨੇ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੈ ਲਾਗੀ ਭਰਮ ਭੁਲਾਣੀ। ਜੋ ਮਨਮੁਖ ਨੇ, ਖੋਟੇ ਸੁਭਾਅ ਵਾਲੇ, ਤੇ ਇਹਨਾਂ ਨੇ ਭਾਈ ਪਾਪ ਤੇ ਪੁੰਨ ਦੀ ਖਬਰ ਹੀ ਨਹੀਂ ਜਾਣੀ ਕਿ ਪਾਪ ਕੀ ਪੁੰਨ ਕੀ, ਕਿ ਕੈਸੀਆਂ ਸਜ਼ਾਵਾਂ ਨੇ ਪਾਪ ਕੀਤੇ ਆ, ਕੈਸੇ ਫਲ ਨੇ ਪੁੰਨ ਕੀਤੇ, ਉਹਨਾਂ ਨੂੰ ਪਤਾ ਕੀ। ਧਰਮ ਅਧਰਮ ਤੋਂ ਸੁੰਨ ਨੇ ਉਹ, ਕਿਉਂਕਿ ਅਗਿਆਨੀਆਂ ਦੀ ਬੁੱਧੀ ਪਰਮੇਸ਼ਰ ਤੋਂ ਭਿੰਨ ਸੰਸਾਰ ਵਿੱਚ ਲੱਗੀ ਹੁੰਦੀ ਹੈ। ਅਗਿਆਨੀਆਂ ਦੀ ਭਰਮ ਕਰਕੇ ਭੁੱਲੇ ਹੋਏ, ਅਗਿਆਨੀ ਅੰਧਾ ਮਗ ਨਾ ਜਾਣੈ, ਫਿਰ ਫਿਰ ਆਵਣ ਜਾਵਣਿਆ। ਅਗਿਆਨੀ ਜੀਵ ਅੰਧਾ ਹੈ, ਗਿਆਨ ਰੂਪ ਨੇਤਰਾਂ ਤੋਂ ਰਹਿਤ, ਵਾਹਿਗੁਰੂ ਦੇ ਮਾਰਗ ਨੂੰ ਨਹੀਂ ਜਾਣਦਾ, ਵਾਰੰਵਾਰ ਜਨਮਦਾ ਮਰਦਾ। ਗੁਰਮੁਖਾਂ ਦੀ ਦਸ਼ਾ ਫਰਮਾਉਂਦੇ ਨੇ ਪਾਤਸ਼ਾਹ, ਗੁਰ ਸੇਵਾ ਤੇ ਸਦਾ ਸੁਖ ਪਾਇਆ, ਓ ਮੈਂ ਮੇਰਾ ਠਾਕ ਰਹਾਇਆ। ਗੁਰਮੁਖਾਂ ਨੇ ਭਾਈ ਗੁਰੂ ਦੀ ਸੇਵਾ ਟਹਿਲ ਤੇ ਸਦੀਵ ਸੁੱਖਾਂ ਵਿੱਚ ਵਾਸਾ ਪਾ ਲਿਆ। ਦੁੱਖ ਵੀ ਉਹਨਾਂ ਦੇ ਸੁੱਖਾਂ ਵਿੱਚ ਬਦਲ ਗਏ, ਗੁਰਮੁਖ ਬਣ ਗਏ, ਸਤ ਸੰਗੀ ਬਣ ਗਏ। ਹਉਮੈ ਮੇਰਾ ਆਦਿਕ ਸੰਕਲਪਾਂ ਨੂੰ ਰੋਕ ਰੱਖਿਆ ਕਿ ਕੁਝ ਵੀ ਮੇਰਾ ਨਹੀਂ, ਸਭ ਕੁਝ ਮੇਰੇ ਪਰਮੇਸ਼ਰ ਮੇਰੇ ਵਾਹਿਗੁਰੂ ਦਾ। ਤਨ ਮਨ ਧਨ ਸਭ ਗੁਰੂ ਨੂੰ ਅਰਪਣ ਕਰ ਦਿੱਤਾ। ਗੁਰ ਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣਿਆ। ਗੁਰੂ ਦੀ ਸਿੱਖਿਆ ਲੈਣੇ ਸੇ ਅਗਿਆਨ ਰੂਪੀ ਅੰਧਕਾਰ ਮਿਟ ਗਿਆ। ਬਜਰ ਦੀ ਨਿਆਈ ਜੋ ਜੜਤਾ ਰੂ, 5 ਕੋਸ ਰੂਪੀ ਤਖਤੇ ਸੀ ਉਹ ਵੀ ਖੁੱਲ ਗਏ। ਹੋ ਮੈਂ ਮਾਰ ਮਨ ਵਸਾਇਆ, ਗੁਰ ਕੀ ਚਾਣੀ ਸਦਾ ਚਿਤ ਲਾਇਆ। ਜਿਸਨੇ ਹੰਕਾਰ ਨੂੰ ਮਾਰ ਕੇ ਵਾਹਿਗੁਰੂ ਨੂੰ ਮਨ ਵਿੱਚ ਵਸਾ ਲਿਆ ਭਾਈ, ਤੇ ਇਸ ਪੁਰਸ਼ ਨੇ ਸਦੀਵ ਗੁਰੂ ਦੇ ਚਰਨਾਂ ਵਿੱਚ ਚਿਤ ਲਾਇਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਗੁਰੂ ਦੀ ਬਖਸ਼ਿਸ਼ ਕਰਕੇ ਇਸਦਾ ਮਨ ਤੇ ਤਨ ਨਿਰਮਲ ਹੋਇਆ। ਨਿਰਮਲ ਨਾਮ ਨੂੰ ਜਪਦੇ, ਜਦ ਗੁਰੂ ਦੀ ਕਿਰਪਾ ਸੇ ਚਿੱਤ ਸ਼ੁੱਧ ਹੋਇਆ, ਫਿਰ ਇਸ ਤਰ੍ਹਾਂ ਬੇਨਤੀਆਂ ਕਰਦੇ ਨੇ। ਜੀਵਨ ਮਰਣਾ ਸਭ ਤੁਧੈ ਤਾਹੀਂ, ਜਿਸ ਬਖਸ਼ੇ ਤਿਸ ਦੇ ਵਡਿਆਈ। ਹੇ ਮੇਰੇ ਪਰਿਪੂਰਨ ਪਰਮਾਤਮਾ,
ਜੀਵਨ ਤੇ ਮਰਨਾ ਸਭ ਤੇਰੇ ਤਾਈਂ ਅਰਪਣ ਕੀਤਾ ਹੋਇਆ। ਭਾਵੇਂ ਕਿ ਜਬ ਤੱਕ ਅਸੀਂ ਜਿਉਂਦੇ ਹਾਂ ਮਰਨ ਪਰਯੰਤ ਤੇਰਾ ਹੀ ਸਿਮਰਨ ਕਰਾਂਗੇ, ਤੇਰੇ ਨਾਮ ਨੂੰ ਹੀ ਜਪਦੇ ਰਹਾਂਗੇ। ਇਹ ਮਹਾਰਾਜ ਜਿਸਨੂੰ ਤੂੰ ਬਖਸ਼ਣਾ ਚਾਹੁੰਦਾ ਤੈਨੂੰ ਆਪਣੇ ਨਾਮ ਦੀ ਵਡਿਆਈ ਬਖਸ਼ਦਾ ਹੈ, ਫਿਰ ਬਖਸ਼ ਲੈਂਦਾ। ਕਿਉਂਕਿ ਜਿਸ ਨੂੰ ਰੱਬ ਪਰਮੇਸ਼ਰ ਨੇ ਬਖਸ਼ਣਾ ਉਹਨੂੰ ਫਿਰ ਨਾਮ ਦਿੰਦਾ ਹੈ। ਕਿਸ ਨੂੰ ਤਾਰਨਾ ਹੈ ਸੇਵਾ ਟਹਿਲ ਬਖਸ਼ਦਾ ਹੈ, ਫਿਰ ਉਹ ਤਰ ਜਾਂਦਾ। ਮਾਝ ਮਹੱਲਾ ਤੀਜਾ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਤੇਰੀ ਬੰਦਗੀ ਵਿੱਚ ਜੁੜੇ, ਤਿੰਨਾਂ ਦਾ ਜੰਮਣਾ ਤੇ ਮਰਨਾ ਸਫਲ ਕਰ ਲੈਂਦਾ। ਜੰਮਣ ਮਰਨ ਦਾ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜੋ ਜਾਗੇ ਨੇ ਸੱਚੇ ਪਰਮੇਸ਼ਰ ਦੀ ਕੀਰਤੀ ਵਿੱਚ ਜਿਉਂਦੇ ਹੀ ਦਰਗਾਹ ਵਿੱਚ ਮੰਨੇ ਗਏ ਪ੍ਰਵਾਨ ਹੋ। ਵਾਜ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੈ ਸੰਸਾਰਾ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ। ਭਾਈ ਮੇਰਾ ਪ੍ਰਭੂ ਮੇਰਾ ਗੁਰੂ ਨਾਨਕ ਨਿਰਮਲ ਹੈ, ਮਲ ਬਖੇਪਾ ਵਰਨ ਤੋਂ ਰਹਿਤ ਹੈ, ਮਨ ਵਾਣੀ ਦਾ ਵਿਸ਼ੇ ਬੇਅੰਤ ਹੈ, ਤਕੜੀ ਤੋਂ ਬਿਨਾਂ ਸੰਸਾਰ ਨੂੰ ਵਿਚਾਰਦਾ, ਅੰਨ ਦੀ ਅਪੇਖਿਆ ਤੋਂ ਬਿਨਾਂ ਸਭ ਕੁਝ ਜਾਣ ਰਿਹਾ। ਉਹ ਤਾਂ ਹਿਰਦੇ ਦੀਆਂ ਜਾਣਦਾ, ਜੋ ਮਨ ਵਿੱਚ ਫੁਰਨਾ ਫੁਰਦਾ ਉਹ ਵੀ ਜਾਣਦਾ ਹੈ ਪਰਮੇਸ਼ਰ। ਕਿ ਆਪਾਂ ਮਨ ਕਰਕੇ ਜੁੜੇ ਹਾਂ ਕਿ ਤਨ ਕਰਕੇ ਬੈਠੇ ਹਾਂ, ਵਾਹਿਗੁਰੂ ਤੋਂ ਮੁਨਕਰ ਨਹੀਂ ਹੋ ਸਕਦਾ। ਗੁਰਦੇਵ ਕਲਗੀਧਰ ਮਹਾਰਾਜ ਜੀ ਦੇ ਪਾਵਨ ਬਚਨ ਨੇ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਭਲੇ ਤੇ ਬੁਰੇ ਜੋ ਸੰਕਲਪ ਵਿਕਲਪ ਉੱਠਦੇ ਨਹੀਂ ਉਹ ਜਾਣਦਾ ਹੈ ਪ੍ਰਭੂ। ਕਿਵੇਂ ਛੁਪਾ ਲਵਾਂਗੇ ਉਸ ਦਾਤੇ ਤੋਂ, ਉਹ ਤਾਂ ਹਿਰਦੇ ਘਰ ਵਿੱਚ ਬੈਠਾ ਹੈ। ਗੁਰਮੁਖ ਹੋਵੈ ਸੋਈ ਬੂਝੈ, ਗੁਣ ਕਹਿ ਗੁਣੀ ਸੰਭਾਵਣਿਆ। ਜੋ ਗੁਰਮੁਖ ਹੁੰਦਾ ਸੋਈ ਐਸੇ ਜਾਣਦਾ ਕਿ ਵਾਹਿਗੁਰੂ ਦੇ ਗੁਣ ਕਹਿ ਕੇ ਤੇ ਇਸ ਵਿੱਚ ਮਿਲ ਜਾਂਦਾ। ਉਹ ਜਾਣਦਾ ਕਿ ਗੁਣ ਗਾਵਾਂਗਾ ਨਾਮ ਜਪਾਂਗਾ ਮੇਲ ਹੋਵੇਗਾ। ਹੋ ਵਾਰੀ ਜੀਓ ਵਾਰੀ, ਹਰਿ ਕਾ ਨਾਮ ਮਨ ਵਸਾਵਣਿਆ। ਜੋ ਸਚ ਲਾਗੇ ਸੇ ਅਨ ਦਿਨ ਜਾਗੇ, ਦਰ ਸਚੈ ਸੋਭਾ ਪਾਵਣਿਓ। ਮੈਂ ਮਨ ਤਨ ਤੇ ਉਹਨਾਂ ਦੇ ਵਾਰ ਨਹੀਂ ਜਾਂਦਾ, ਹਰੀ ਦਾ ਨਾਮ ਮਨ ਵਿੱਚ ਵਸਾਵਣ ਵਾਲੇ। ਸੋ ਪੁਰਸ਼ ਰਾਤ ਦਿਨ ਅਵਿਦਿਆ ਨਿੰਦਰਾ ਤੋਂ ਜਾਗੇ, ਸੋ ਸੱਚ ਵਿੱਚ ਲੱਗੇ ਨੇ, ਵਾਹਿਗੁਰੂ ਦੀ ਦਰਗਾਹ ਵਿੱਚ ਸੋਭਾ ਪਾਉਂਦੇ। ਆਪ ਸੁਣੈ ਤੈ ਆਪੈ ਵੇਖੈ, ਜਿਸਨੋ ਨਦਰ ਕਰੇ ਸੋਈ ਜਨ ਲੇਖੈ। ਆਪ ਹੀ ਪਰਮੇਸ਼ਰ ਸੁਣਦਾ, ਆਪ ਹੀ ਦੇਖਦਾ, ਤਾਂ ਤੂੰ ਜਿਸ ਪਰ ਕਿਰਪਾ ਮੇਰ ਦੀ ਨਦਰ ਕਰਦਾ ਹੈ, ਸੋਈ ਪੁਰਸ਼ ਲੇਖੇ ਲੱਗਦਾ ਹੈ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਆਪ ਹੀ ਜਿਸ ਨੂੰ ਨਾਮ ਵਿੱਚ ਲਾਉਂਦਾ ਹੈ ਉਹ ਲੱਗਦਾ ਹੈ, ਉਹੀ ਗੁਰਮੁਖ ਸੱਚ ਕਮਾ ਲੈਂਦਾ ਹੈ। ਜਿਸ ਆਪ ਬੁਲਾਏ ਸੋ ਕਿਥੈ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਹਨੂੰ ਆਪ ਭੁਲਾਵੇ ਸੋ ਕਹਾਂ ਹੱਥ ਪਾਵੇਗਾ, ਕਿਸ ਦਾ ਆਸਰਾ ਲਵੇਗਾ। ਪੂਰਬਲਾ ਲੇਖ ਲਿਖਿਆ ਮੇਟਿਆ ਨਹੀਂ ਜਾਂਦਾ। ਜਿਨ ਸਤਿਗੁਰ ਮਿਲਿਆ ਸੇ ਵੱਡ ਭਾਗੀ,
ਪੂਰੈ ਕਰਮ ਮਿਲਾਵਣਿਆ। ਜਿਨ੍ਹਾਂ ਨੂੰ ਪੂਰਨ ਗੁਰੂ ਮਿਲ ਗਿਆ ਉਹ ਵੱਡਿਆਂ ਭਾਗਾਂ ਵਾਲੇ, ਪਦ ਬਲ ਪੁੰਨ ਕੀਤੇ ਹੋਏ ਨੇ, ਪੂਰਾ ਗੁਰੂ ਮਿਲਿਆ। ਤਾਂ ਤੂੰ ਸਤਿਗੁਰੂ ਨੂੰ ਪੂਰੇ ਕਰਮ ਮਿਲਾਉਂਦੇ ਨੇ, ਇੰਝ ਨਹੀਂ ਮਿਲ ਜਾਂਦੇ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇ ਦਾਤਾ ਵੈ। ਬਿਨਾਂ ਕਰਮਾਂ ਤੋਂ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਕਿਉਂਕਿ ਭਾਗਾਂ ਤੋਂ ਬਿਨਾਂ ਗੁਰੂ ਨਾਨਕ ਦੇ ਘਰ ਨਹੀਂ ਆਇਆ ਜਾਂਦਾ। ਮਾਨੋ ਆਪਣੇ ਚੰਗੇ ਭਾਗ ਨੇ, ਪਰ ਬਲ ਪੁੰਨ ਨੇ, ਦਾਤਾਂ ਮਿਲਣੀਆਂ ਨੇ ਤਾਂ ਆਉਂਦੇ, ਕਿਉਂਕਿ ਲਿਆਵਣ ਵਾਲਾ ਵੀ ਆਪ ਹੈ। ਜਿਸ ਨੂੰ ਕੁਝ ਦੇਣਾ ਉਸ ਨੂੰ ਫਿਰ ਬਖਸ਼ਿਸ਼ਾਂ ਕਰਦਾ, ਮਿਲਾਉਂਦਾ ਹੈ, ਸੰਗਤ ਵਿੱਚ ਲਿਆਉਂਦਾ ਕਿ ਕੁਝ ਦੇਣਾ ਹੈ। ਕਿਉਂਕਿ ਸਤਿਗੁਰਾਂ ਦੇ ਪਾਵਨ ਬਚਨ ਨੇ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਸੰਗਤ ਉਹਨਾਂ ਨੂੰ ਮਿਲਦੀ ਜਿਨ੍ਹਾਂ ਨੇ ਕੁਝ ਲੈਣਾ। ਜਿਨ੍ਹਾਂ ਨੇ ਕੁਝ ਲੈਣਾ ਹੀ ਨਹੀਂ, ਉਹਨਾਂ ਨੂੰ ਸੰਗਤ ਨਸੀਬ ਨਹੀਂ ਹੁੰਦੀ। ਉਹ ਕੋਲ ਬੈਠਿਆਂ ਦੂਰ ਹੋ ਜਾਂਦੇ ਨੇ, ਨੇੜੇ ਰਹਿ ਕੇ ਵੀ ਲਾਹਾ ਨਹੀਂ ਲੈ ਸਕਦੇ। ਪਾਤਸ਼ਾਹ ਫਰਮਾਉਂਦੇ ਨੇ, ਪਈੜੈ ਧਨ ਅਨ ਦਿਨ ਸੁਤੀ, ਕੰਤ ਵਿਸਾਰੀ ਅਵਗਣ ਮੁਤੀ। ਜੋ ਪੇਕੇ ਭਾਵ ਇਸ ਲੋਕ ਵਿੱਚ ਜੀਵ ਰੂਪ ਇਸਤਰੀ ਰਾਤ ਦਿਨ ਅਗਿਆਨ ਨਿੰਦਰਾ ਵਿੱਚ ਸੁੱਤੀ ਪਈ ਹੈ। ਇਹ ਮਾਨੋ ਜਗਤ ਸੰਸਾਰ ਇਸਤਰੀ ਦੀ ਨਿਆਈ ਹੈ, ਪੁਰਖ ਪਰਮਾਤਮਾ ਵਾਹਿਗੁਰੂ। ਜੋ ਜੀਵ ਇਸ ਲੋਕ ਵਿੱਚ ਸੁੱਤਾ ਪਿਆ ਹੈ ਅਗਿਆਨ ਅਵਿਦਿਆ ਦੀ ਗੂੜੀ ਨੀਂਦ ਵਿੱਚ, ਕਿ ਵਾਹਿਗੁਰੂ ਤੋਂ ਬੇਮੁਖ ਹੋ ਰਹੇ, ਸੋ ਵਾਹਿਗੁਰੂ ਪਤੀ ਨੇ ਵੀ ਭੁਲਾ ਦਿੱਤਾ ਹੈ। ਵਿਸਾਲ ਦਿੱਤੀ ਪਤੀ ਪਰਮੇਸ਼ਰ ਨੇ ਜੀਵ ਰੂਪ ਇਸਤਰੀ, ਕਿ ਇਸ ਨੇ ਮੇਰਾ ਗੁਣ ਨਹੀਂ ਜਾਣਿਆ। ਬੜੇ ਵਾਅਦੇ ਕੀਤੇ ਸੀ ਮਾਤਾ ਦੇ ਗਰਭ ਵਿੱਚ, ਸਾਰੇ ਵਾਅਦੇ ਭੁੱਲ ਗਏ। ਫਿਰ ਪਰਮੇਸ਼ਰ ਵੀ ਛੱਡ ਦਿੰਦਾ ਕਿ ਹੁਣ ਤੂੰ ਮਨ ਆਈਆਂ ਕਰ ਲੈ। ਪਤੀ ਨੇ ਵੀ ਭੁਲਾ ਦਿੱਤੀ, ਬੇਨਤੀ ਕੀਤੀ, ਕਿਉਂ ਵਿਸਾਰੀ, ਕੀ ਕਾਰਨ? ਪਾਤਸ਼ਾਹ ਫਰਮਾਉਂਦੇ ਨੇ, ਕੰਤ ਵਿਸਾਰੀ ਅਵਗਣ ਮੁੱਤੀ। ਪਤੀ ਕੰਤ ਕਿਉਂ ਭੁਲਾਉਂਦਾ ਹੈ, ਕਿਉਂ ਵਿਸਾਰਦਾ? ਕਿ ਔਗਣ ਬੜੇ ਨੇ, ਪਾਪ ਬੜੇ ਕਰਦੇ। ਜਿਵੇਂ ਦੁਨਿਆਵੀ ਇਸਤਰੀ ਪਾਪ ਕਰੇ, ਪਤੀ ਫਿਰ ਛੱਡ ਦਿੰਦਾ। ਤੇਰਾ ਇਹ ਸੰਸਾਰ ਇਸਤਰੀ ਦੀ ਨਿਆਈ ਹੈ। ਤੇ ਪਤੀ ਪਰਮੇਸ਼ਰ ਵੀ ਛੱਡ ਦਿੰਦਾ ਕਿ ਹੁਣ ਤੂੰ ਪਾਪ ਕਰ ਲੈ। ਫਿਰ ਛੱਡ ਦਿੰਦਾ ਕਿ ਇਸ ਨੇ ਮੇਰਾ ਬਚਨ ਨਹੀਂ ਮੰਨਿਆ, ਮੇਰਾ ਭੈ ਡਰ ਨਹੀਂ ਮੰਨਿਆ। ਫਿਰ ਤਿਆਗ ਦਿੰਦਾ। ਅਨ ਦਿਨ ਸਦਾ ਫਿਰੈ ਬਿਲ ਲਾਂਦੀ, ਦਿਨ ਫਿਰ ਨੀਂਦ ਨਾ ਪਾਵਣਿਆ। ਰਾਤ ਦਿਨ ਸਦੀਵ 84 ਲੱਖ ਜੂਨਾਂ ਵਿੱਚ ਫਿਰ ਵਿਰਲਾਪ ਕਰਦੀ ਫਿਰਦੀ ਹੈ। ਇੱਕ ਜੂਨੀ ਨਹੀਂ, 84 ਲੱਖ ਜੂਨੀਆਂ ਨੇ। ਫਿਰ ਉਹ ਜੀਵ ਰੋਂਦਾ, ਕੁਰਲਾਉਂਦਾ ਕਿ ਸਮਾਂ ਦਿੱਤਾ ਸੀ, ਅਮੋਲਕ ਜਨਮ ਦਾ ਲਾਹਾ ਨਾ ਲੈ ਸਕੇ। ਇਹ ਜਨਮ ਪੈ ਗਏ, ਰਿਗਦ ਜੂਨਾਂ ਪੈ ਗਈਆਂ, ਫਿਰ ਦੁੱਖ ਹੀ ਦੁੱਖ ਨੇ। ਕਿਉਂਕਿ ਪਤੀ ਦੀ ਪ੍ਰਾਪਤੀ ਬਿਨਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ। ਪਈੜੈ ਸੁਖ ਦਾਤਾ ਜਾਤਾ, ਹੋ ਮੈਂ ਮਾਰ ਗੁਰ ਸ਼ਬਦ ਪਛਾਤਾ। ਨੇ ਪੇਕੇ ਭਾਵ ਇਸ ਲੋਕ ਵਿੱਚ ਸੁਖ ਦਾਤਾ ਵਾਹਿਗੁਰੂ ਨੂੰ ਜਾਣਿਆ। ਇਹ ਪੇਕਾ ਘਰ ਹੈ ਆਪਣਾ। ਇਹ ਦੁਨਿਆਵੀ ਲੜਕੀ ਦਾ ਪੇਕਾ ਘਰ ਦਾ ਵਸ਼ ਵਿਆਹ ਹੁੰਦਾ, ਸਹੁਰੇ ਘਰ ਜਾਂਦੀ। ਆਪਣਾ ਵੀ ਮੌਤ ਨਾਲ ਵਿਆਹ ਹੋਣਾ, ਵਸ਼ ਸਹੁਰੇ ਘਰ ਪਰਲੋਕ ਵਿੱਚ ਜਾਣਾ। ਪਾਤਸ਼ਾਹ ਫਰਮਾਉਂਦੇ ਨੇ, ਸਭਨਾ ਸਹੁਰੇ ਵੰਜਣਾ, ਸਭ ਮੁਖ ਲਾਵਣ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆ। ਸੁਹਾਗਣੀ ਉਹੀ ਹੈ ਜਿਸ ਦਾ ਪਤੀ ਪਰਮੇਸ਼ਰ ਨਾਲ ਪਿਆਰ ਪ੍ਰੇਮ ਜਪਦੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੇ ਇਸ ਲੋਕ ਵਿੱਚ ਸੁਖ ਦਾਤਾ ਵਾਹਿਗੁਰੂ ਜਾਣਿਆ, ਨਿਤ ਦੇ ਨੇਮੀ ਬਣ ਗਏ ਕਿ ਵਿਹਾਰ ਧੰਦੇ ਵੀ ਕਰਨੇ ਨੇ, ਪਰਮੇਸ਼ਰ ਦੇ ਨਾਮ ਨੂੰ ਵੀ ਜਪਣਾ। ਉਹ ਵਿਹਾਰ ਧੰਦੇ ਤਾਂ ਕਿਸੇ ਕੰਮ ਵਿੱਚ ਨਹੀਂ, ਕਿਸੇ ਗਿਣਤੀ ਵਿੱਚ ਨਹੀਂ।
ਗਿਣਤੀ ਤਾਂ ਕੇਵਲ ਸੱਚੇ ਨਾਮ ਦੀ ਸੰਗਤ ਦੀ ਹੋਣੀ। ਜੋ ਸੇਵਾ ਤੇ ਸਿਮਰਨ ਕੀਤਾ ਉਹੀ ਲੇਖੇ ਵਿੱਚ ਹੈ। ਕੈਸੇ ਜਾਣਿਆ ਹੰਕਾਰ ਨੂੰ ਮਾਰ ਦਿੱਤਾ, ਗੁਰੂ ਦੇ ਉਪਦੇਸ਼ ਨੂੰ ਪਹਿਚਾਣਿਆ, ਗੁਰ ਸ਼ਬਦੀ ਗੁਰਮਤੀਏ ਬਣ ਗਏ। ਸੇਜ ਸੁਹਾਵੀ ਸਦਾ ਪਿਰ ਰਾਵੇ, ਸੱਚ ਸਿੰਗਾਰ ਬਣਾ ਬਣਿਆ। ਜਿਸ ਦੀ ਅੰਤ ਛਕਣ ਰੂਪੀ ਸੇਜ ਸੋਭਨੀਕ ਹੈ, ਨਿਰੰਤਰ ਪਤੀ ਦੇ ਆਨੰਦ ਨੂੰ ਭੋਗਦੀ ਕਿ ਤਿਸ ਨੇ ਸੱਚਾ ਸ਼ਿੰਗਾਰ ਬਣਾਇਆ। ਬੇਨਤੀ ਕੀਤੀ, ਪਾਤਸ਼ਾਹ ਸਭ ਜੀਵ ਗੁਰੂ ਦੇ ਸਾਥ ਮਿਲ ਕੇ ਜਿਸਦੇ ਆਨੰਦ ਨੂੰ ਕਿਉਂ ਨਹੀਂ ਭੋਗਦੇ? ਸਾਰੇ ਜੀ। ਪਾਤਸ਼ਾਹ ਫਰਮਾਉਂਦੇ ਨੇ, 184 ਜੀਉ ਪਾਏ, ਜਿਸ ਨੋ ਨਦਰ ਕਰੇ ਤਿਸ ਗੁਰੂ ਮਿਲਾਏ। ਪਰਿਪੂਰਨ ਪਰਮਾਤਮਾ ਨੇ 84 ਲੱਖ ਜੀਵ ਸਾਜੇ ਨੇ। ਤੂੰ ਜਿਸ ਪਰ ਆਪਣੀ ਦਇਆ ਦੀ ਨਜ਼ਰ ਕਰ ਦਿੰਦਾ, ਮੇਰਾ ਵਾਹਿਗੁਰੂ, ਮੇਰਾ ਗੁਰੂ ਨਾਨਕ, ਤੂੰ ਗੁਰੂ ਦੇ ਨਾਲ ਮਿਲਾਉਂਦਾ ਕਿ ਤਾਲ ਨਾ ਕਰ, ਕਿਉਂਕਿ ਉਸਦੀ ਨਜ਼ਰ ਤੋਂ ਬਿਨਾਂ ਗੁਰੂ ਵੀ ਨਹੀਂ ਮਿਲਦਾ। ਕਿਲ ਵੇਖ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਉਹ ਪੁਰਸ਼ ਪਾਪਾਂ ਨੂੰ ਕੱਟ ਕੇ ਸਦਾ ਨਿਰਮਲ ਨਾਮ ਕਰਕੇ ਸੱਚੇ ਦੇ ਦਰ ਵਿੱਚ ਸੋਭਾ ਪਾਉਂਦੇ ਨੇ, ਵਡਿਆਈਆਂ ਦੇ ਪਾਤਰ ਬਣ ਜਾਂਦੇ ਨੇ। ਗੁਰੂ ਨਾਨਕ ਦੇ ਘਰੋਂ ਉਹਨਾਂ ਨੂੰ ਬਖਸ਼ੀਸ਼ਾਂ ਮਿਲਦੀਆਂ ਨੇ, ਔਰ ਪਰਮੇਸ਼ਰ ਨੂੰ ਪਾ ਕੇ ਵਡਿਆਈ ਦੇ ਪਾਤਰ, ਸੋਭਾ ਸੰਯੋਗ। ਇਸ ਲੋਕ ਪਰਲੋਕ ਵਿੱਚ ਉਹਨਾਂ ਦੀ ਵਡਿਆਈ, ਲੋਕ ਤੇ ਪਰਲੋਕ ਉਹਨਾਂ ਦਾ ਸਹੇਲਾ ਹੋ ਜਾਂਦਾ ਹੈ। ਲੇਖਾ ਮੰਗ ਤਾਂ ਕਿਨ ਦੀਐ, ਸੁਖ ਨਾਹੀ ਪੁਨ ਦੂਐ ਤੀਐ। ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਪਿਆਰਿਓ, ਜੇਕਰ ਵਾਹਿਗੁਰੂ ਜੀਵਾਂ ਤੋਂ ਕਰਮਾਂ ਦਾ ਹਿਸਾਬ ਮੰਗੇ ਤਾਂ ਕਿਸ ਤੋਂ ਦਿੱਤਾ ਜਾਂਦਾ? ਜੀਵਾਂ ਤੋਂ ਦਵੈਤ ਵਿੱਚ 3 ਗੁਣਾਂ ਵਿੱਚ ਸੁੱਖ ਨਹੀਂ ਹੁੰਦਾ। ਮੈਨੇ ਇੱਕ ਜਗ ਕੀਤਾ, ਦੂਸਰੇ ਵਰਤ ਰੱਖੇ, ਤੀਜੇ ਤੀਰਥ ਯਾਤਰਾ ਕੀਤੀ। ਇਸ ਲੇਖੇ ਕਰਕੇ ਸੁੱਖ ਨਹੀਂ ਮਿਲਦਾ। ਲੇਖਾ ਮੰਗੈ ਤਾਂ ਕਿਨ ਦੀਐ। ਇਹ ਕਰਮਾਂ ਦਾ ਲੇਖਾ ਮੰਗੇ ਆਪਾਂ ਦੇ ਨਹੀਂ ਸਕਦੇ, ਕਿਉਂਕਿ ਮਨੁੱਖ ਜਗਤ ਵਿੱਚ ਆਇਆ, ਨਾ ਕਰਨ ਵਾਲੇ ਕਰਮ ਵੀ ਕਰ ਬਹਿੰਦਾ। ਪਤਾ ਕੀ ਨਹੀਂ ਇਹ ਪਾਪ ਹੈ, ਇਹਦੀਆਂ ਸਜ਼ਾਵਾਂ ਸੂਝੀ ਹੀ ਨਹੀਂ। ਸੁਖ ਨਾਹੀ ਪੁਨ ਦੂਐ ਤੀਐ, ਵੇ ਕਹਿ ਦਿੰਦਾ ਮੈਂ ਜਗ ਕੀਤੇ ਦਾਨ ਪੁਨ ਯਾਦ, ਵਰਤ ਰੱਖੇ, ਤੀਰਥ ਯਾਤਰਾ। ਪਾਤਸ਼ਾਹ ਕਹਿੰਦੇ ਨੇ, ਪਿਆਰਿਆ, ਇਹਨਾਂ ਵਿੱਚ ਵੀ ਸੁੱਖ ਨਹੀਂ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਇਹ ਤਾਂ ਉਸ ਦਾਤੇ ਦੀ ਰਹਿਮਤ ਹੈ। ਇਹ ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀ ਆ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ। ਭਾਈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਸੀ ਤਾਂ ਉਗਣ ਖਾਰੇ, ਕੋਈ ਸੋਝੀ ਕੋਈ ਮਤ ਨਹੀਂ। ਇਹ ਸਤਿਗੁਰਾਂ ਦੇ ਬਚਨ ਨੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸਭਨਾ ਨਾਲੋਂ ਨੀਚ ਖਾਂ ਤੁਛ ਖਾਂ, ਤੇਰੀ ਸ਼ਰਨ ਵਿੱਚ ਆਏ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ, ਦਇਆਲਾ ਨਾਨਕ ਘਰ ਕੇ ਗੋਲੇ, ਤੇਰੇ ਘਰ ਦੇ ਗੋਲੇ ਆਪਣੇ ਬਣਾ ਕੇ ਰੱਖ ਲਓ, ਕਿਉਂਕਿ ਤੂੰ ਮਾਲਕ ਦੀਨ ਦੁਨੀਆ ਦਾ ਹੈ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ। ਕਿਉਂਕਿ ਆਪਣਾ ਇੱਕ ਜਨਮ ਦਾ ਸੰਬੰਧ ਨਹੀਂ ਹੁੰਦਾ, ਕਈਆਂ ਜਨਮਾਂ ਤੋਂ ਆਪਾਂ ਗੁਜ਼ਰ ਕੇ ਆਏ।
ਆਪੇ ਬਖਸ਼ ਲਏ ਪ੍ਰਭ ਸਾਚਾ, ਇਹ ਉਹਦੀ ਰਹਿਮਤ ਹੈ। ਬਖਸ਼ ਲਵੇ, ਬਖਸ਼ਾਵਣਾ, ਇਸ ਜਨਮ ਵਿੱਚ ਬਖਸ਼ਾ ਲਵਾਂਗੇ ਫਿਰ ਤਰ ਜਾਵਾਂਗੇ। ਇਹ ਨਾ ਬਖਸ਼ਾਇਆ ਫਿਰ ਜਨਮਾਂ ਦੀ ਡੇਟ ਪੈ ਜਾਂਦੀ ਹੈ। ਬੜੇ ਜਨਮ ਬੜੇ ਦੁੱਖ, ਆਪੇ ਬਖਸ਼ ਮਲਾਵਣ, ਆਪਣੇ ਸਾਥ ਮਿਲਾ ਲਵੇ ਤਬ ਸੁਖ ਮਿਲਦਾ ਹੈ। ਆਪ ਕਰੇ ਤੈ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਪਰਮੇਸ਼ਰ ਨੇ ਆਪ ਹੀ ਜੀਵ ਸਾਜੇ, ਆਪ ਹੀ ਜੀਵਾਂ ਤੋਂ ਕਰਮ ਰਾਮ ਦਾ ਸਾਜੇ ਵੀ ਆਪ, ਕਰਮਾਂ ਵਿੱਚ ਵੀ ਆਪ ਲਾਏ। ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਸਾਥ ਮਿਲਾ ਵੀ ਲੈਂਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਓ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਪਾਵਨ ਉਪਦੇਸ਼ ਬਖਸ਼ਦੇ ਨੇ, ਭਾਈ ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਨਾਮ ਕਰਕੇ ਜੀਵਾਂ ਨੂੰ ਵਡਿਆਈ ਮਿਲਦੀ। ਕਹੇ ਨਾਮ ਕਿਸ ਨੂੰ ਮਿਲਦਾ? ਆਪੇ ਸਤਸੰਗ ਰੂਪੀ ਮੇਲ ਵਿੱਚ ਜਿਨ੍ਹਾਂ ਨੂੰ ਮਿਲਾਉਂਦਾ। ਇਹ ਬਖਸ਼ਿਸ਼ਾਂ ਨੇ ਜੋ ਸੰਗਤ ਵਿੱਚ ਆਉਂਦੇ, ਆਪ ਮਿਲਾਉਂਦਾ ਤੇ ਇਹਨਾਂ ਨੂੰ ਫਿਰ ਨਾਮ ਦੀ ਦਾਤ ਝੋਲੀ ਵਿੱਚ ਪਾ ਦਿੰਦਾ, ਉਹ ਤਰ ਜਾਂਦੇ। ਸਤਿਗੁਰੂ ਦੀ ਉਪਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਮੰਗ ਮੰਗੀਏ, ਸਤਿਗੁਰੂ ਤੇਰਾ ਨਾਮ ਚਿਤ ਆਵੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਅਚੁੱਤ ਹੇ ਪਾਰ ਬ੍ਰਹਮ, ਅਵਨਾਸੀ ਅਵਨਾਸੀ, ਹੇ ਪੂਰਨ ਹੇ ਸਰਗ ਮੈਂ